ਡੰਡੋਤ ਬੰਦਨ ਅੰਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਹਮ ਅਵਗਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁਲਾ ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਲੰਤ ਜਮ ਤਰਾਸ ਮਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆਂ ਸੋਹੀਆ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਜਹ ਜਹ ਪੇਖੂ ਤੈ ਹਜੂਰ ਦੂਰ ਕਤਹੂ ਨਾ ਜਾਈ। ਰਾਵ ਰਹਾ ਸਰਬੱਤਰ ਮਾਨ ਮਨ ਸਦਾ ਧਿਆਈ। ਜਹ ਜਹ ਪੇਖੂ ਤੈ ਹਜੂਰ ਦੂਰ ਕਤਹੂ ਨਾ ਜਾਈ। ਰਾਵ ਰਹਾ ਸਰਬੱਤਰ ਮਾਨ ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੜਾ ਸੋ ਸੰਗੀ ਗਣਿਆ। ਬਿਨਸ ਜਾਏ ਜੋ ਨਿਮਖ ਮਹਾ ਸੋ ਅਲਪ ਸੁਖ ਪੰਨਿਆ। ਰਹਾਉ ਪ੍ਰਿਤ ਪਲ ਅਪਿਓ ਦੇ ਦੇ ਕਛ ਊਨ ਨਾ ਹੋਈ। ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋਈ। ਅਸ਼ਲ ਅਸ਼ੇਦ ਅਪਾਰ ਪ੍ਰਭ ਉੱਚਾ ਜਾਂ ਕਾ ਰੂਪ। ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ। ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ। ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਦਾ। ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਅਰਾਧਾ।
ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਖਾਲਸਾ ਸਤ ਸੰਗਤ ਜੀ, ਆਪ ਵੱਡ ਭਾਗੇ ਹੋ। ਸ਼ਬਦਾ ਅਵਤਾਰ ਗਦੀ ਤੇ ਬਿਰਾਜਮਾਨ, ਚਵਰ ਛਤਰ ਤਖਤ ਦੇ ਮਾਲਕ, ਮੌਕੇ ਦੇ ਸਰਤਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਗੋਦ ਦਾ ਆਨੰਦ ਮਾਣ ਰਹੇ ਹੋ। ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਸ੍ਰੀ ਆਸਾ ਜੀ ਦੀ ਵਾਰਲੀ ਸੇਵਾ, ਹਜ਼ੂਰੀ ਰਾਗੀ ਭਾਈ ਸਾਹਿਬ ਜੀ ਭਾਈ ਜਸਵੰਤ ਸੁਹਣਾ ਤੋਂ ਲੈਣੀ ਕੀਤੀ ਸਤਿਗੁਰਾਂ ਜੀਆਂ ਨੇ। ਸੰਗਤ ਨੇ ਸ਼ਬਦ ਦਾ ਆਨੰਦ ਮਾਣਿਆ ਹੈ। ਇਹ ਅੰਮ੍ਰਿਤਮਾਈ ਬਾਣੀ ਜਿਨ੍ਹਾਂ ਜੀਵਾਂ ਨੂੰ ਸਮਝ ਲੱਗਦੀ ਹੈ ਇਸ ਦੀ, ਉਹਨਾਂ ਨੂੰ ਕਲਿਆਣ ਰੂਪੀ ਬਖਸ਼ਿਸ਼, ਮੁਕਤੀ ਦਾ ਦਰ ਬਖਸ਼ਿਸ਼ ਕਰਦੀ ਹੈ। ਇਸ ਕਲਯੁਗ ਦੇ ਵਿੱਚ ਇਹਨਾਂ ਜੀਵਾਂ ਦਾ ਉਧਾਰ ਕਰਨ ਵਾਸਤੇ ਇੱਕੋ ਇੱਕ ਇਹ ਬਖਸ਼ਿਸ਼ ਹੈ ਸਤਿਗੁਰਾਂ ਦੇ ਚਰਨਾਂ ਦੀ। ਸਤਿਗੁਰਾਂ ਦੀ ਗੁਰਬਾਣੀ ਦੇ ਨਾਲ ਸੁਰਤੀ ਨੂੰ ਜੋੜ ਕਰਕੇ ਸਰਵਣ ਕਰਨਾ, ਫਿਰ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਆਪਦੇ ਚਰਨਾਂ ਦੀ ਕਰਦੇ ਹਨ। ਜਿਹੜੇ ਜਿਹੜੇ ਜੀਵਾਂ ਦੇ ਇਹ ਮਸਤਕ ਤੇ ਲਿਖੀ ਹੈ ਧੁਰੋਂ, ਉਹਨਾਂ ਨੂੰ ਇਸ ਦੀ ਪ੍ਰਾਪਤੀ ਬਖਸ਼ਿਸ਼ ਹੁੰਦੀ ਹੈ। ਇਸ ਕਰਕੇ ਆਪ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ, ਜਿਹੜੇ ਸਤਿਗੁਰਾਂ ਦੇ ਸ਼ਬਦ ਨਾਲ ਆ ਕਰਕੇ ਸੁਰਤੀ ਨੇ ਜੋੜ ਕੇ ਆਪਣੇ ਹਿਰਦੇ 'ਚ ਇਸ ਗੁਰਬਾਣੀ ਦਾ ਵਾਸ ਕਰਦੇ ਹੋ। ਗੁਰੂ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਬਖਸ਼ਿਸ਼ ਕਰਦੇ ਹਨ। 677 ਅੰਗ ਤੇ ਇਹ ਮਹਾਰਾਜ ਦਾ ਸ਼ਬਦ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਨੂੰ ਸਾਰਿਆਂ ਨੂੰ ਇਸ ਦੇ ਨਾਲ ਜੁੜਨ ਦੀ ਪ੍ਰਾਪਤੀ ਹੋਵੇ। ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਦੋਹਿਤਾ ਬਾਣੀ ਕਾ ਬੋਹਿਥਾ, ਜਿਨ੍ਹਾਂ ਨੂੰ ਬਚਪਨ 'ਚ ਬਾਹਰ ਹੋਇਆ ਹੈ, ਇਹ ਬਾਣੀ ਦਾ ਜਹਾਜ਼ ਹੋਵੇਗਾ। ਐਸੇ ਦੀਨ ਦਿਆਲ ਮਹਾਰਾਜ ਜੀ ਕਿਰਪਾ ਬਖਸ਼ਿਸ਼ ਕਰਦੇ ਹਨ। ਜਹ ਜਹ ਪੇਖੂ ਤੈ ਹਜੂਰ। ਜਿੱਥੇ ਜਿੱਥੇ ਦੇਖਦਾ ਹਾਂ ਉੱਥੇ ਹੀ ਸਤਿਗੁਰੂ ਜੀ ਖੜੇ ਹੋਏ ਹਨ। ਇਹ ਦਸਮ ਗੁਰੂ ਨਾਨਕ ਨੇ ਇਹਦੇ ਬਾਰੇ ਵੱਡੀ ਬਖਸ਼ਿਸ਼ ਕੀਤੀ ਹੈ ਕਿ ਜਾ ਹਰ ਜ਼ਹੂਰ ਹੈ ਕਿ ਹਾਜ਼ਰ ਹਜੂਰ ਹੈ। ਆਮ ਇੱਕ ਕਹਾਵਤ ਹੈ, ਇਹ ਬੜਾ ਜਾਹਰਾ ਪੀਰ ਹੈ। ਇਹ ਮਹਾਰਾਜ ਕਹਿੰਦੇ ਨੇ ਜਾਹਰਾ ਪੀਰ ਨਹੀਂ ਹੈ ਕੱਲਾ, ਹਜੂਰ ਵੀ ਖੜਾ ਹੈ। ਕਿ ਜਾ ਹਰ ਜ਼ਹੂਰ ਹੈ ਕਿ ਹਾਜ਼ਰ ਹਜੂਰ ਹੈ, ਸਦਾ ਹੀ ਹਾਜ਼ਰ ਰਹਿੰਦਾ ਹੈ। ਫਿਰ ਮਹਾਰਾਜ ਹੋਰ ਕਿਰਪਾ ਕਰਦੇ ਹਨ। ਸਦਾ ਅੰਗ ਸੰਗੇ ਅਭੰਗਮ ਬਭੂਤੇ। ਜਿੱਥੇ ਵੀ ਤੁਸੀਂ ਜਾਓ ਉੱਥੇ ਹੀ ਸਾਡੇ ਅੰਗ ਸੰਗ ਹੈ। ਇਹ ਸਾਨੂੰ ਸਮਝ ਆਵੇ ਜਾਂ ਨਾ ਆਵੇ ਉਹ ਵੱਖਰੀ ਗੱਲ ਹੈ। ਅਸੀਂ ਸਿਰਫ ਤੇ ਸਿਰਫ ਗੁਰੂ ਘਰ ਹੀ ਬਹੁਤਾ ਮਹਾਰਾਜ ਨੂੰ ਮੰਨਦੇ ਹਾਂ ਕਿ ਮਹਾਰਾਜ ਗੁਰੂ ਘਰ ਹੀ ਬੈਠੇ ਨੇ। ਗੁਰੂ ਘਰ ਤੋਂ ਬਾਹਰ ਚਲੇ ਜਾਈਏ ਫਿਰ ਤਾਂ ਨਹੀਂ ਸਾਡੇ ਨਾਲ ਹੁੰਦੇ।
ਮਸਾਂ ਹੀ ਜੋੜਿਆਂ ਤੱਕ ਪਹੁੰਚਦਾ ਹੈ ਨਾਲ, ਜੋੜੇ ਪਾਉਂਦਿਆਂ ਨਾਲ ਹੀ ਵਿਸਰ ਜਾਂਦਾ ਹੈ। ਸਾਡੀ ਸੁਰਤੀ ਕਈ ਪਾਸੇ ਖਿੰਡ ਜਾਂਦੀ ਹੈ, ਪਰ ਸਤਿਗੁਰੂ ਜੀ ਐਸੇ ਹਨ ਜਿੱਥੇ ਵੀ ਜੀਵ ਜਾਂਦਾ ਹੈ ਮਹਾਰਾਜ ਨਾਲ ਰਹਿੰਦੇ ਹਨ। ਤੇ ਕਲਗੀਧਰ ਪਿਤਾ ਬੜੀ ਕਿਰਪਾ ਖੁੱਲ੍ਹ ਕੇ ਕਰਦੇ ਹਨ। ਇਹਨਾਂ ਜਿੰਨੀ ਵੀ ਆਦ ਦੀ ਬਾਣੀ ਹੈ, ਦਸਮ ਦੀ ਬਾਣੀ ਉਹਦੀ ਵਿਆਖਿਆ ਹੈ। ਦਸਮ ਦੀ ਬਾਣੀ ਕਥਾ ਹੈ ਆਦ ਦੀ ਬਾਣੀ ਦੀ। ਜਿਹੜੀ ਮਹਾਰਾਜਿਆਂ ਨੇ ਕਿਰਪਾ ਕੀਤੀ ਹੈ ਉਹ ਸਤਿਗੁਰਾਂ ਜੀ ਨੇ ਅੱਗੇ ਸੰਸਾਰ ਨੂੰ ਸਾਹਮਣੇ ਲਿਆ ਕੇ ਦੱਸ ਦਿੱਤਾ ਵੀ ਜੋ ਮਹਾਰਾਜ ਨੇ ਕਿਹਾ ਉਹ ਸੱਤ ਹੈ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ। ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪੰਜਾਂ ਦਾ ਬਚਨ ਕੀਤਾ ਹੈ, ਪ੍ਰਵਾਨ ਹਨ, ਪ੍ਰਧਾਨ ਹਨ, ਦਰਗਾਹ ਵਿੱਚ ਉਹਨਾਂ ਦੀ ਚਲਦੀ ਹੈ, ਉਹ ਸੰਸਾਰ ਦੇ ਸਾਹਮਣੇ ਪ੍ਰਗਟ ਕਰ ਦਿੱਤੇ ਹਨ ਪੰਜਾਂ ਪਿਆਰਿਆਂ ਦੇ ਰੂਪ ਵਿੱਚ। ਕਿ ਜਿਸ ਨੇ ਵੀ ਗੁਰੂ ਵਾਲਾ ਬਣਨਾ ਹੈ, ਇਸ ਧਰਤੀ ਦੇ ਇਸ ਸੰਸਾਰ ਦੇ ਵਿੱਚ ਉਹਨੂੰ ਪੰਜਾਂ ਦੇ ਪੇਸ਼ ਹੋਣਾ ਪਵੇਗਾ। ਭਾਵੇਂ ਕਿਸੇ ਵੀ ਦੇਸ਼ ਦੇ ਉਹ ਜੀਵ ਹੋਣ, ਉਹਨਾਂ ਨੂੰ ਪੰਜਾਂ ਦੇ ਕੋਲ ਪੇਸ਼ ਹੋਣਾ ਪਵੇਗਾ, ਫਿਰ ਉਹ ਗੁਰੂ ਵਾਲੇ ਬਣ ਸਕਦੇ ਹਨ। ਨਹੀਂ ਤਾਂ ਵਰਨਾ ਉਹ ਗੁਰੂ ਵਾਲੇ ਨਹੀਂ ਬਣ ਸਕਦੇ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਚਲਾਈ ਹੋਈ ਮਰਜ਼ਾਦਾ ਹੈ। ਤਾਂ ਸਾਰੇ ਦੇਸ਼ਾਂ ਦੇ ਲੋਕ ਗੁਰੂ ਵਾਲੇ ਬਣ ਰਹੇ ਹਨ। ਏਦਾਂ ਨਾ ਸਮਝੀਏ ਕਿ ਸਿੱਖੀ ਤੋਂ ਪਤਲ ਵੀ ਜੀਵ ਹੋਈ ਜਾ ਰਹੇ ਹਨ, ਪਰ ਨਹੀਂ, ਸਤਿਗੁਰਾਂ ਨੇ ਪੂਰੇ ਸੰਸਾਰ ਨੂੰ ਘੇਰਾ ਪਾਇਆ ਹੋਇਆ ਹੈ। ਉੱਥੇ ਇੱਕ ਮੀਰੀ ਪੀਰੀ ਅਕੈਡਮੀ ਹੈ ਗੋਰਿਆਂ ਦੀ, ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ, ਤੇ ਉੱਥੇ 13 ਮੁਲਕਾਂ ਦੇ ਲੋਕ ਪੜ੍ਹਦੇ ਪਏ ਹਨ। 13 ਦੇਸ਼ਾਂ ਦੇ ਲੋਕ ਉੱਥੇ ਸਿੱਖੀ ਦੀ ਵਿੱਦਿਆ ਪ੍ਰਾਪਤ ਕਰਦੇ ਪਏ ਹਨ। ਇਸ ਕਰਕੇ ਉਹ ਫਿਰ ਕਿੰਨਾ ਅੱਗੇ ਹੋਰ ਪਸਾਰਾ ਹੋਊਗਾ ਜਦੋਂ 13 ਦੇ ਦੇਸ਼ਾਂ ਦੇ ਲੋਕ ਉੱਥੋਂ ਪੜ੍ਹ ਕਰਕੇ ਜਾਣਗੇ। ਉਹ ਫਿਰ ਕਿੰਨੀ ਸਤਿਗੁਰਾਂ ਦੀ ਵਿੱਦਿਆ ਨੂੰ ਵੰਡਣਗੇ। ਤੇ ਜਿਹੜੀ ਸਾਨੂੰ ਵਿੱਦਿਆ ਸਾਰਿਆਂ ਨੂੰ ਭੁੱਲੀ ਹੋਈ ਹੈ, ਸਭ ਤੋਂ ਪਹਿਲਾਂ ਉਹਦੀ ਉੱਥੇ ਕਲਾਸ ਸ਼ੁਰੂ ਹੁੰਦੀ ਹੈ। ਸ਼ਸਤਰ ਵਿੱਦਿਆ ਤੇ ਗੁਰਬਾਣੀ। ਉਸ ਜਗ੍ਹਾ ਤੇ ਇੱਕ ਵਾਰ ਮੌਕਾ ਮਿਲਿਆ ਜਾਣ ਦਾ। ਉਹ ਕਹਿੰਦੇ ਸਾਡੇ ਕੋਲ ਸਿਰਫ 15 ਮਿੰਟ ਟਾਈਮ ਹੈ, ਇਸ ਤੋਂ ਵੱਧ ਨਹੀਂ। ਇਸ ਤੋਂ ਵੱਧ ਤੁਸੀਂ ਗੱਲ ਕਰਨੀ ਫਿਰ ਨਹੀਂ। ਜੇ 15 ਮਿੰਟ ਤੁਸੀਂ ਕੋਈ ਫੈਸਲਾ ਕਰੋਗੇ ਫਿਰ ਅਸੀਂ ਤੁਹਾਨੂੰ ਟਾਈਮ ਦੇ ਸਕਦੇ ਹਾਂ। 15 ਮਿੰਟਾਂ 'ਚ ਕੋਈ ਚੰਗੀ ਰੂਹ ਨਾਲ ਆਈ ਸੀ, ਉਹ ਵੀ ਗਏ ਹੋਏ ਸੀ, ਅਸੀਂ ਇਕੱਠੇ ਗਏ ਸੀਗੇ। ਉਹ ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਇੱਥੇ ਤੁਹਾਡੇ ਆਉਣ ਦਾ ਕੀ ਕਾਰਨ ਹੈ? ਪੜ੍ਹਾਈ ਤੁਸੀਂ ਇੱਥੇ ਕਿਉਂ ਸ਼ੁਰੂ ਕੀਤੀ ਆ ਕੇ, ਆਪਣੇ ਦੇਸ਼ਾਂ ਵਿੱਚ ਕਿਉਂ ਨਹੀਂ ਕੀਤੀ? ਉਹ ਕਹਿੰਦੇ ਜਿੱਦਾਂ ਦੇ ਇੱਥੇ ਦੇ ਹਾਰਡ ਲੋਕ ਨੇ ਨਾ, ਸਾਡੇ ਦੇਸ਼ ਵਿੱਚ ਨਹੀਂ ਇੱਦਾਂ ਹੋ ਸਕਦਾ। ਇਹ ਬਹੁਤ ਹਾਰਡ ਲੋਕ ਨੇ, ਤਗੜੇ ਨੇ ਬਹੁਤ, ਸਰੀਰ ਕਰਕੇ, ਮਿਹਨਤ ਕਰਕੇ, ਹਰ ਚੀਜ਼ ਦੀ ਬੜੀ ਮਿਹਨਤ ਕਰ। ਜਦੋਂ ਇਹ ਸਾਡੇ ਬੱਚੇ ਉਹਨਾਂ ਵੱਲ ਦੇਖਣਗੇ ਫਿਰ ਇਹਨਾਂ ਦਾ ਵੀ ਜੀ ਕਰੂਗਾ ਬੰਦਗੀ ਕਰਨ ਤੇ। ਜਿੰਨੇ ਮਰਜ਼ੀ ਅਸੀਂ ਵੀ ਕੰਮ ਕਰਦੇ ਹਾਂ ਬਹੁਤ ਰਾਤ ਦਿਨ, ਪਰ ਇੱਥੇ ਜਿਹੜੇ ਪੰਜਾਬ ਦੀ ਧਰਤੀ ਦੇ ਲੋਕ ਹਨ ਇਹ ਬਹੁਤ ਇਸ ਮਿਹਨਤ ਨੂੰ ਬਹੁਤ ਤਗੜੇ ਹਨ। ਤੇ ਹਰ ਥਾਂ ਤੇ ਇਹਨਾਂ ਨੇ ਆਪਣੀ ਮਿਹਨਤ ਨੂੰ ਜਾ ਕੇ ਦੱਸਿਆ ਦੁਨੀਆ ਨੂੰ ਕਿ ਮਿਹਨਤ ਕਿੱਦਾਂ ਕਰੀਦੀ ਹੈ। ਇਸ ਕਰਕੇ ਤਾਂ ਅਸੀਂ ਇਹਨਾਂ ਬੱਚਿਆਂ ਨੂੰ ਇੱਥੇ ਲੈ ਕਰਕੇ ਆਏ ਹਾਂ। ਤੇ ਜਦੋਂ ਅਸੀਂ ਸਿੱਖੀ ਨਾਲ ਟੁੱਟੇ ਹੋਏ ਸੀਗੇ, ਸਾਨੂੰ ਪਤਾ ਨਹੀਂ ਇਸ ਬਾਰੇ, ਤੇ ਹੁਣ ਸਾਨੂੰ ਇਹ ਜਦੋਂ ਪਤਾ ਲੱਗਾ ਹੈ ਇਸ ਮਹਾਰਾਜ ਦੇ ਮਾਰਗ ਦਾ, ਕਹਿੰਦੇ ਜਿੰਨੇ ਜੀਵਨ ਦੇ ਸਵਾਸ ਨੇ ਕਦੀ ਨਿਕਲਾਂਗੇ ਨਹੀਂ ਦੇ ਵਿੱਚੋਂ। ਅਸੀਂ ਇੱਦਾਂ ਦੇ ਨਹੀਂ ਹਾਂ।
टुट जावांगे। जिन्ने भी सतगुरु जी कृपा करन सन स्वास बख्शिश करन, असीं उन्ने सवास ते सिੱਖੀ ਵਿੱਚ सफल करांगे ते पूरे 2 ਵਜੇ सचखंड ਵਿੱਚ ਬੱਸਾਂ ਭਰ ਕੇ ਉਹ ਆ ਜਾਂਦੇ ਹਨ। 2 ਤੋਂ ਉਹਨਾਂ ਨੇ 5 ਵਜੇ ਤੱਕ ਸੇਵਾ ਕਰਨੀ ਉੱਥੇ ਪ੍ਰਕਰਮਾਂ ਦੀ। ਫਿਰ ਉਸ ਤੋਂ ਬਾਅਦ ਮਹਾਰਾਜ ਦਾ ਪਾਵਨ ਹੁਕਮ ਸੁਣ ਕੇ ਆਪਦੇ ਵਿਦਿਆਲੇ ਵਿੱਚ ਚਲੇ ਜਾਂਦੇ ਹਨ। ਉੱਥੇ ਫਿਰ ਗੁਰਮਤਿ ਦੀ ਪੜ੍ਹਾਈ, ਸੰਸਾਰ ਦੀ ਪੜ੍ਹਾਈ ਤੇ ਜ਼ਰੂਰੀ ਸ਼ਸਤਰ ਵਿਦਿਆ, ਜਿਹੜੀ ਸਿੱਖਾਂ ਦੀ ਸਭ ਤੋਂ ਪਹਿਲ ਦੇ ਆਧਾਰ ਤੇ ਵਿਦਿਆ ਹੈ, ਜਿਹਦੇ ਬਾਰੇ ਸਤਿਗੁਰੂ ਜੀ ਫਰਮਾਉਂਦੇ ਨੇ, ਸ਼ਸਤਰ ਕੇ ਦੀਨ ਹੈ ਰਾਜ, ਕਿਰਪਾਨ ਪਾਣ ਧਾਰੀਆਂ ਕਰੋੜ ਪਾਵ ਟਾਰੀਆਂ। ਕਿਰਪਾਨ ਨੂੰ ਧਾਰਨ ਕਰਨ ਨਾਲ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਹਨ, ਜੇਤੇ ਸ਼ਸਤਰ ਨਾਮੰ ਨਮਸਕਾਰ ਕਾਮੰ। ਜਿਸ ਚੀਜ਼ ਨੂੰ ਸ਼ਸਤਰ ਲੱਗਦਾ ਉਹਨੂੰ ਨਮਸਕਾਰ। ਯਹੀ ਹਮਾਰੇ ਪੀਰ, ਸਾਡੇ ਪੀਰ ਇਹ ਹਨ। ਜਦੋਂ ਸਿੱਖਾਂ ਨੇ ਪੁੱਛਿਆ, ਮਹਾਰਾਜ ਸਾਡੇ ਪੀਰ ਤੁਸੀਂ ਹੋ, ਤੁਹਾਡਾ ਪੀਰ ਕੌਣ ਹੈ? ਤੇ ਮਹਾਰਾਜ ਕਹਿੰਦੇ ਨੇ, ਯਹੀ ਹਮਾਰੇ ਪੀਰ, ਸਾਡੇ ਪੀਰ ਸ਼ਸਤਰ ਹਨ। ਇਸ ਕਰਕੇ ਉਹਨਾਂ ਦੀ ਵਿਦਿਆ ਉੱਥੇ ਪੂਰੇ 12 ਵਜੇ ਆਰੰਭ ਹੁੰਦੀ ਦੁਪਹਿਰ ਨੂੰ। ਸਿੱਖਾਂ ਦੇ 3 ਅਖਾੜੇ ਹਨ ਪੰਜਾਬ ਦੀ ਧਰਤੀ ਤੇ, ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਹੈ, ਚੰਡੀਗੜ੍ਹ ਤੇ ਪਟਿਆਲੇ ਹੈ। ਹਿੰਦੂ ਧਰਮ ਦੀਆਂ 18 ਸਾਖਾਂ ਕਲੀਆਂ ਅੰਮ੍ਰਿਤਸਰ ਵਿੱਚ ਹਨ। 18 ਥਾਵਾਂ ਤੇ ਉਹ ਸ਼ਸਤਰ ਵਿਦਿਆ ਦਿੱਤੀ ਜਾਂਦੀ ਹੈ। ਉਹਦਾ ਟਾਈਮ ਸ਼ਾਮ ਦਾ ਹੈ ਸਿੱਖਾਂ ਦਾ, ਉਹਨਾਂ ਦਾ ਟਾਈਮ ਸਵੇਰ ਦਾ ਹੈ 4 ਤੋਂ 6 ਦਾ, ਤੇ ਗੋਰੇ ਕਹਿੰਦੇ ਨੇ ਸਾਡਾ ਟਾਈਮ ਦੁਪਹਿਰੇ 12 ਤੋਂ 2 ਦਾ ਹੈ। ਮੈਂ ਕਿਹਾ ਦੁਪਹਿਰੇ ਕਿਉਂ? ਕਹਿੰਦੇ ਜੰਗ ਕਿਸੇ ਟਾਈਮ ਵੀ ਹੋ ਸਕਦੀ ਹੈ, ਜੰਗ ਦਾ ਕੋਈ ਟਾਈਮ ਨਹੀਂ, ਕਿਸੇ ਟਾਈਮ ਵੀ ਹੋ ਸਕਦੀ। ਅਸੀਂ ਇੰਨੇ ਹਾਰਡ ਕਰਨੇ ਬੱਚੇ, ਕਦੀ ਕਿਤੇ ਸਮਾਂ ਆਏਗਾ ਤੇ ਫੇਲ ਨਾ ਹੋਣ। ਇਹ ਸਾਰਾ ਕੁਝ ਜੋ ਸ਼ਕਤੀ ਬਣੀ ਹੋਈ ਹੈ, ਸਾਰੀ ਇੱਕ ਦਿਨ ਨਾਸ ਹੋਣੀ ਹੈ। ਫਿਰ 2 ਚੀਜ਼ਾਂ ਜਿਨ੍ਹਾਂ ਦੇ ਕੋਲ ਹੋਈਆਂ, ਉਹ ਇਸ ਧਰਤੀ ਤੇ ਰਾਜ ਕਰਨਗੇ। ਪਾਣੀ ਦਾ ਪ੍ਰਬੰਧ ਹੋਇਆ ਤੇ ਹੱਥੀਂ ਜਿਹੜੇ ਸ਼ਸਤਰ ਵਿਦਿਆ ਦੇ ਖਿਡਾਰੀ ਹੋਏ, ਉਹ ਇਸ ਧਰਤੀ ਤੇ ਰਾਜ ਕਰਨਗੇ। ਇਹ ਮਹਾਰਾਜ ਦਾ ਹੁਕਮ ਹੈ। ਤੇ ਪਾਣੀ ਦਾ ਪ੍ਰਬੰਧ ਮਹਾਰਾਜ ਜੀ ਨੇ ਪਹਿਲਾਂ ਹੀ ਕੀਤਾ ਹੋਇਆ ਹੈ। ਬੜੇ ਬੜੇ ਸੁੰਦਰ ਸਰੋਵਰ ਬਣਾਏ ਹੋਏ ਹਨ, ਅੰਮ੍ਰਿਤ ਜਲ ਦੇ ਨਹੀਂ, ਅੰਮ੍ਰਿਤ ਦੇ ਭਰੇ ਹੋਏ। ਉਹਦੇ ਬਾਰੇ ਸਤਿਗੁਰੂ ਜੀ ਫਰਮਾਉਂਦੇ ਹਨ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਜਿਤ ਨਾਤੇ ਕੌਵਾ ਹੰਸ ਹੋਗਾ। ਕੌਵਾ ਬਿਰਤੀ ਵੀ ਹੰਸ ਬਣ ਜਾਵੇਗਾ ਕਿ ਅੰਮ੍ਰਿਤ ਸਰੋਵਰ ਹੈ, ਆਮ ਜਲ ਨਹੀਂ ਹੈ। ਪਹਿਲਾਂ ਸਤਿਗੁਰੂ ਦੇ ਉਸ ਨਗਰੀ ਦਾ ਨਾਂ ਸੀ ਵਸਦੀ ਸਗਨ ਅਨੂਪ ਰਾਮਦਾਸਪੁਰ। ਸਤਿਗੁਰਾਂ ਦੇ ਨਾਂ ਉੱਤੇ ਉਸ ਦਾ ਨਾਮ ਸੀਗਾ। ਪਰ ਫਿਰ ਮਹਾਰਾਜ ਨੇ ਕਿਹਾ ਨਹੀਂ, ਇਹ ਅੰਮ੍ਰਿਤ ਸਰੋਵਰ ਹੈ, ਇਹਦਾ ਨਾਂ ਅੰਮ੍ਰਿਤ ਦਾ ਸਰ ਰੱਖਿਆ ਜਾਵੇ, ਅੰਮ੍ਰਿਤ ਦਾ ਸਰੋਵਰ। ਪਰ ਜਿਨ੍ਹਾਂ ਨੂੰ ਨਹੀਂ ਸਮਝੋ ਅੱਜ ਵੀ ਪਾਣੀ ਕਹਿੰਦੇ ਹਨ। ਜਲ ਲੈ ਕਰਕੇ ਆਉਣਾ ਹੈ, ਪਾਣੀ ਲੈ ਕਰਕੇ ਆਉਣਾ ਹੈ, ਪਰ ਨਹੀਂ, ਉਹ ਅੰਮ੍ਰਿਤ ਸਰੋਵਰ ਹੈ। ਜੇ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਬਣ ਸਕਦਾ ਹੈ, ਜਿੱਥੇ 24 ਘੰਟੇ ਬਾਣੀ ਪੈਂਦੀ ਹੈ, ਉਹ ਕਿਉਂ ਨਹੀਂ ਅੰਮ੍ਰਿਤ ਬਣ ਸਕਦਾ? ਅੱਜ ਵੀ ਉੱਥੇ ਕਲਾ ਵਰਦੀਆਂ ਹਨ। ਜਿਹੜੇ ਹਿਰਦੇ ਤੋਂ ਮਨ ਕਰਕੇ ਉਹਦੇ ਵਿੱਚ ਜਾ ਕੇ ਸਰੋਵਰ 'ਚ ਇਸ਼ਨਾਨ ਕਰਦੇ ਹਨ, ਉਹ ਅੱਜ ਵੀ ਕਲਾ ਵਰਦੀ ਹੈ। ਜਿੱਥੇ ਪੱਗ ਦੀ ਪਾਬੰਦੀ ਹੈ ਦੇਸ਼ ਵਿੱਚ, ਉੱਥੇ ਦਾ ਫਰਾਂਸੀ ਗੋਰਾ ਦਿਮਾਗੀ ਤੌਰ ਤੇ ਹਿੱਲਿਆ ਹੋਇਆ ਸੀਗਾ, ਕੁਦਰਤੀ। ਪਤਾ ਨਹੀਂ ਉਹਨੂੰ ਕਿਸੇ ਨੇ ਕਹਿ ਦਿੱਤਾ ਵੀ ਸੱਚਖੰਡ ਚਲੇ ਜਾ, ਉੱਥੇ ਜਾ ਕੇ ਇਸ਼ਨਾਨ ਕਰ, ਤੂੰ ਠੀਕ ਹੋ ਜਾਵੇਂਗਾ।
ਚਾਣਕੀ ਸਤਿਗੁਰਾਂ ਨੇ ਕਿਰਪਾ ਕੀਤੀ, ਮਰਾਪ ਕਰਵਾ ਦਿੱਤਾ। ਕਹਿੰਦਾ ਮੈਂ ਬਾਬਾ ਜੀ ਇਸ਼ਨਾਨ ਕਰਨਾ ਚਾਹੁੰਦਾ। ਮੈਂ ਕਿਹਾ ਕਰ ਬਈ, ਪਰ ਇਸ ਤਰ੍ਹਾਂ ਨਹੀਂ ਤੂੰ ਕਰ ਸਕਦਾ, ਕਛਹਿਰਾ ਪਾ ਸਿੱਖੀ ਵਾਲਾ, ਫਿਰ ਤੂੰ ਇਸ਼ਨਾਨ ਕਰ। ਕੇਸ ਉਸਨੇ ਰੱਖੇ ਹੋਏ ਸਨ ਪਹਿਲਾਂ ਹੀ, ਪਰ ਅੰਮ੍ਰਿਤ ਨਹੀਂ ਛਕਿਆ। ਉਹਨੂੰ ਕਛਹਿਰਾ ਮੰਗਾ ਕੇ ਦਿੱਤਾ, ਉਹਨੇ ਪਾ ਕੇ ਬੜਾ ਉਹਨੂੰ ਖੁਸ਼ੀ ਚਾਅ ਚੜਿਆ। ਇੰਨਾ ਅੱਛਾ ਐਡਾ ਵੀ ਹੁੰਦਾ। ਇਸ਼ਨਾਨ ਕੀਤਾ ਤੇ 20 ਮਿੰਟ ਸਰੋਵਰ ਚੋਂ ਬਾਹਰ ਨਹੀਂ ਆਇਆ। ਜਨਵਰੀ ਦਾ ਮਹੀਨਾ ਸੀ, ਬਹੁਤ ਜ਼ਿਆਦਾ ਠੰਡ ਸੀਗੀ। ਮੇਰੇ ਸਾਹਮਣੇ ਅੱਖਾਂ ਦੇ ਘਟਨਾ ਵਾਪਰੀ। ਜਦੋਂ 20 ਮਿੰਟਾਂ ਬਾਅਦ ਸਰੋਵਰ ਚੋਂ ਬਾਹਰ ਨਿਕਲਿਆ, ਉਹਦੀ ਗੋਰਾ ਰੰਗ ਸੀਗਾ, ਕਾਫੀ ਸਤਾਗ ਪਏ ਹੋਏ ਸੀ ਠੰਡੇ ਉਸ ਸਰੋਵਰ ਦੇ ਪਵਿੱਤਰ ਅੰਮ੍ਰਿਤ ਨਾਲ। ਮੈਂ ਪੁੱਛਿਆ ਤੂੰ ਇੰਨੀ ਦੇਰ ਕਿਉਂ ਇਸ਼ਨਾਨ ਕਰਦਾ ਰਿਹਾ? ਕਹਿੰਦਾ ਬਾਬਾ ਜੀ ਮੈਨੂੰ ਗੁਰੂ ਰਾਮਦਾਸ ਇਸ਼ਨਾਨ ਕਰਵਾ ਰਹੇ ਸਨ। ਮੈਂ ਪਾਵਨ ਹਜ਼ੂਰੀ 'ਚ ਬੈਠ ਕੇ ਬਚਨ ਕਰ ਦਾਂਗੇ। ਮੈਨੂੰ ਉਹਨੇ ਬਾਹਰ ਨਿਕਲ ਕੇ ਕਿਹਾ, ਕਹਿੰਦੇ ਬਾਬਾ ਜੀ ਗੁਰੂ ਰਾਮਦਾਸ। ਕਹਿੰਦਾ ਮੈਨੂੰ ਗੁਰੂ ਰਾਮਦਾਸ ਮਰ ਕੇ ਇਸ਼ਨਾਨ ਕਰਾ ਰਿਹਾ ਸੀਗਾ, ਤਾਂ ਮੈਂ ਸਰੋਵਰ ਚੋਂ ਨਹੀਂ ਨਿਕਲਿਆ। ਇਸ ਕਰਕੇ ਉੱਥੇ ਦੀਆਂ ਬੜੀਆਂ ਕਲਾ ਵਰਦੀਆਂ। 1 ਮਹੀਨੇ 'ਚ ਨਿਤਨੇਮ ਸਿੱਖਿਆ 5 ਬਾਣੀਆਂ ਦਾ, ਨਾ ਰਹਿ ਕਰਕੇ ਆਪੇ ਅੰਮ੍ਰਿਤ ਛਕਿਆ। ਇੱਕ ਵਾਰ ਉਹਨੂੰ ਅੰਮ੍ਰਿਤ ਵਾਸਤੇ ਨਹੀਂ ਪ੍ਰੇਰਿਆ। ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਬਾਬਾ ਦੀਪ ਸਿੰਘ ਦੇ ਸ਼ਹੀਦਾਂ ਦੇ ਸਥਾਨ 'ਤੇ ਬਾਬਾ ਜੀ ਦਾ ਦਿਹਾੜਾ ਸੀਗਾ, ਆਪੇ ਅੰਮ੍ਰਿਤ ਛਕ ਕੇ ਆਇਆ। ਐਡਾ ਵੱਡਾ ਦਮਾਲਾ ਚੜਾ ਗਏ। ਕਹਿੰਦਾ ਬਾਬਾ ਜੀ ਠੀਕ ਹੈ? ਮੈਂ ਕਿਹਾ ਹਾਂ ਠੀਕ ਆ। ਇਸ ਦੀ ਦਾਤ ਕਿਸੇ ਨੂੰ ਵੀ ਪ੍ਰਾਪਤ ਹੋ ਸਕਦੀ ਹੈ। ਅਸੀਂ ਨਹੀਂ ਸੰਭਾਲਾਂਗੇ, ਇਸ ਦਾਤ ਨੂੰ ਬਹੁਤ ਸੰਭਾਲਣ ਵਾਲੇ ਹੈਗੇ ਹਨ, ਤਿਆਰ ਹੋ ਰਹੇ ਹਨ। ਸਾਡੇ ਤੋਂ ਵਿਛੜਦੀ ਜਾ ਰਹੀ ਹੈ, ਸਿੱਖਾਂ ਤੋਂ ਵਾਂਝੀ ਹੁੰਦੀ ਜਾ ਰਹੀ ਹੈ ਦਾਤ, ਪਰ ਇਸ ਨੂੰ ਸੰਭਾਲਣ ਵਾਲੇ ਬਹੁਤ ਹਨ। ਸਤਿਗੁਰੂ ਜੀ ਕਿਸੇ ਤੇ ਵੀ ਕਿਰਪਾ ਕਰਕੇ ਇਹ ਦਾਸ ਕਿਸੇ ਨੂੰ ਵੀ ਦੇ ਸਕਦੇ ਹਨ। ਤੇ ਮੈਂ ਉਹਨੂੰ ਕਿਹਾ, ਲਾਈ ਨੇ ਦਸਤਾਰ ਤੇ ਪਾਬੰਦੀ ਲਾਉਂਦੇ ਆ ਫਰਾਂਸ ਵਾਲੇ, ਹੁਣ ਲਾ ਕੇ ਦੱਸਣ, ਉਹਨਾਂ ਦਾ ਹੀ ਜਾਊਗਾ ਦਮਾਲਾ ਚੜਾ ਕੇ। ਇਹਦੀ ਲਵਾਉਣ ਦਸਤਾਰ, ਫਿਰ ਪਤਾ ਲੱਗੂ। ਕਹਿੰਦਾ ਬਾਬਾ ਜੀ ਮੇਰੀ ਲਵਾਉਣ। ਇਸ ਕਰਕੇ ਸਤਿਗੁਰੂ ਜੀ ਐਡੀ ਕਿਰਪਾ ਕਰਦੇ, ਕੋਈ ਵੀ ਸਤਿਗੁਰਾਂ ਦੇ ਪਾਵਨ ਦਰ ਤੇ ਆਵੇ ਤੇ ਸਤਿਗੁਰੂ ਜੀ ਉਹਦੀ ਝੋਲੀ ਖੈਰ ਸਿੱਖੀ ਦਾ ਪਾਉਂਦੇ ਹਨ। ਤੇ ਜਿਹਦੀ ਝੋਲੀ 'ਚ ਸਿੱਖੀ ਦਾ ਖੈਰ ਪੈ ਗਿਆ, ਉਹਨੂੰ ਸਾਰੇ ਸੰਸਾਰ ਦੀਆਂ ਦਾਤਾਂ ਪ੍ਰਾਪਤ ਹੋ ਗਈਆਂ। ਇੱਕ ਧਿਆਨ ਰੱਖਿਓ, ਜੇ ਸਿੱਖੀ ਚਲੀ ਗਈ ਸਾਰੇ ਸੁੱਖ ਸਵਾਹ ਦੇ ਸਮਾਨ ਹਨ। ਮਰਗ ਨੇ ਸ਼ਾਰ ਹੈ, ਸਵਾਹ ਹੈ। ਜੇ ਸਿੱਖੀ ਰਹਿ ਗਈ, ਸਾਰੇ ਸੁੱਖ ਤੁਹਾਡੀ ਦੁਨੀਆ ਦੇ ਪੈਰ ਚੁੰਮਣਗੇ। ਸਿੱਖੀ ਇੱਕ ਏਡੀ ਵੱਡੀ ਦਾਤ ਹੈ ਮਹਾਰਾਜ ਦੀ, ਜਿਹਨੂੰ ਪ੍ਰਾਪਤ ਹੋ ਗਈ ਸਾਰੀ ਦੁਨੀਆ ਦੇ ਸੁੱਖ ਦੇ ਪੈਰ ਚੁੰਮਣਗੇ। ਜੇ ਸਿੱਖੀ ਦੀ ਦਾਤ ਨੂੰ ਕਿਸੇ ਨੇ ਸਾਂਭ ਲਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਦਾ ਨਾਲ ਜਹ ਜਹ ਪੇਖੂ ਤਹ ਜੂਰ, ਦੂਰ ਕਤੂ ਨਾ ਜਾਈ। ਜਾਂਦਾ ਹੀ ਨਹੀਂ ਦੂਰ, ਸਦਾ ਅੰਗ ਸੰਗ ਰਹਿੰਦਾ ਹੈ। ਰਵ ਰਿਹਾ ਸਰਬੱਤਰ ਮਨ ਸਦਾ ਧਿਆਈ। ਸਾਰਿਆਂ ਚ ਰਮਿਆ ਹੋਇਆ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਨਹੀਂ ਰਮਿਆ ਹੋਇਆ। ਘਟ ਘਟ ਮੈਂ ਹਰਜੂ ਬਸੇ ਸੰਤਨ ਕਿਉ ਪੁਕਾਰ। ਸਾਰੀਆਂ ਥਾਵਾਂ ਦੇ ਸਤਿਗੁਰੂ ਜੀ ਵਿਆਪਕ ਹਨ। ਰਵ ਰਿਹਾ ਸਰਬੱਤਰ ਮਨ ਸਦਾ ਧਿਆਈ। ਇਹ ਮਨਾ ਐਸੇ ਪ੍ਰਭੂ ਨੂੰ ਸਦਾ ਧਿਆ, ਕਦੀ ਨਾ ਵਿਛੜੇ, ਸਦਾ ਉਸ ਨੂੰ ਧਿਆਉਣਾ ਕਰ। ਈਤ ਊਤ ਨਹੀਂ ਵਿਛੜਾ ਸੋ ਸੰਗੀ ਗਣੀਆਂ। ਉਹ ਜਿਹੜਾ ਇੱਥੇ ਅੱਗੇ ਵਿਛੜਦਾ ਨਹੀਂ। ਬਾਕੀ ਜਿੰਨੀਆਂ ਵੀ ਵਸਤੂਆਂ ਨੇ ਇੱਥੇ ਦੀਆਂ ਹਨ, ਇੱਥੇ ਟਿਕਰੀ ਹੈ ਸਭ ਕੁਛ। ਇੱਥੋਂ ਅੱਗੇ ਕੁਛ ਵੀ ਨਾਲ ਨਹੀਂ ਜਾਣਾ। ਪਰ ਸਤਿਗੁਰੂ ਜੀ ਨੇ ਜਿਹੜੇ ਹਰ ਥਾਂ ਦੇ ਵਿਆਪਕ ਹਨ, ਇੱਥੇ ਵੀ ਤੁਹਾਡੀ ਸਹਾਇਤਾ ਕਰਦੇ ਹਨ। ਗਾਂ ਵੀ ਜਦੋਂ ਤੁਸੀਂ ਇਸ ਸੰਸਾਰ ਨੂੰ ਛੱਡ ਕਰਕੇ ਆਖਰ ਤੇ ਜਾਣਾ ਹੈ, ਕਿਉਂਕਿ ਅਗਲੇ ਨੇ ਸੈਨ ਕਰਾਏ ਹੋਏ ਹਨ।
तू जाना है धरती ते इत्थे सैन कर, पहला मरण कबूल, जीवन की छड़ आस। जो उत्थे जाना है ना उस धरती ते, तो तेनों इत्थे लिखना पैगा कि तेनों मरण कबूल है। मुसलमानों विच जदों ब्याह करते हैं ना, निकाह करते हैं, पुछते तेनों कबूल है, फिर वो हाँ की आवाज में जवाब देंगे कि मैनू कबूल है, फिर वो परवानिया जाता है निकाह। सतगुरु जी कहते हैं पहला मरण कबूल, तेनू मंजूर है, दस मंजूर है तो तू संसार ते जा सकता है। जीवन की छड़ आस, जे संसार ते जाना फिर जीवन की आस छड़ दी, पहला ये लैके जा तेनू मरना पैना है। तो जिहड़ा सैन ही करवा लवे फिर वो तो मुकरना कित्थे है, फिर डरना ही क्यों उस काम तो। पता ही है कि वो तो अगर इन्हें पहले ही साढ़े सवास गिनती के लिख करके भेजे हैं, फिर उस तो क्यों डरना है। डर अपने पापां दा है, डर मौत दा नहीं किसी नूं। ਜਿਹੜੇ ਜੀਵ ਇੱਥੇ ਆ ਕੇ ਪਾਪ ਕਰਦੇ ਉਹਨਾਂ ਤੋਂ ਡਰਦੇ ਹਨ ਵੀ ਹੁਣ ਅੱਗੇ ਤਾਂ ਲੇਖਾ ਜੋਖਾ ਹੋਣਾ ਸਰ, ਉੱਥੇ ਤਾਂ ਕਿਸੇ ਨੂੰ ਮਾਫੀ ਨਹੀਂ ਮਿਲਣੀ। ਇੱਥੇ ਪੰਜ ਪਿਆਰੇ ਮਾਫ ਕਰ ਸਕਦੇ ਹਨ, ਪਰ ਅੱਗੇ ਤਾਂ ਕਿਸੇ ਨੂੰ ਮਾਫੀ ਨਹੀਂ ਮਿਲਣੀ। ਅੱਗੇ ਤਾਂ ਜਿਹਦੇ ਪਾਪ ਚਲੇ ਗਏ ਉਹਨੂੰ ਲੇਖਾ ਦੇਣਾ ਹੀ ਪਏਗਾ, ਕਿਉਂਕਿ ਉੱਥੇ ਨਹੀਂ ਲਿਹਾਜ਼। ਉੱਥੇ ਚੁਣ ਕੇ ਵੱਟ ਸਾਈਡ ਤੇ ਕੱਢੇ ਜਾਣਗੇ ਤੇ ਲੇਖਾ ਦਰ ਲੈ ਲੇਖਾ ਪੀਰ ਛੁੱਟੇ ਨਾਨਕਾ ਜੋ ਤੇਲ। ਉਹ ਛੋਟਾ ਮੋਟਾ ਨਹੀਂ ਹੈ, ਜਿੱਦਾਂ ਕੋਲੂ ਵਿੱਚੋਂ ਤੇਲ ਪੀੜ ਕੇ ਕੱਢ ਦਿੱਤਾ ਜਾਂਦਾ ਹੈ ਤੇਲ, ਇਸ ਤਰ੍ਹਾਂ ਮਾਰਗ ਨੂੰ ਤੇ ਲੇਖਾ ਲਿਆ ਜਾਂਦਾ ਹਰ ਜੀਵ ਤੋਂ। ਬਖਸ਼ਾਂ ਸਤਿਗੁਰੂ ਜੀ ਬੜੀਆਂ ਕਰਦੇ ਹਨ, ਪਰ ਹਰ ਇੱਕ ਤੋਂ ਲੇਖਾ ਵੀ ਲਿਆ ਜਾਂਦਾ ਹੈ। इस करके ਉਹਦੇ ਤੋਂ ਬਚਣ ਵਾਸਤੇ ਆਪਾਂ ਨੇ ਸਾਰਿਆਂ ਨੇ ਬੰਦਗੀ ਕਰਨੀ ਹੈ, ਫਿਰ ਆਪਣਾ ਛੁਟਕਾਰਾ ਹੋਵੇਗਾ। ਈਤ ਊਤ ਨਹੀਂ ਵਿਛੜੇ ਸੋ ਸੰਗੀ ਗਣੀਐ, ਉਹਨੂੰ ਸੰਗੀ ਗਿਣੋ ਜਿਹੜਾ ਇੱਥੇ ਤੇ ਉੱਥੇ ਵਿਛੜਦਾ ਨਹੀਂ ਹੈ। ਜਿਹਨੇ ਵਿਛੜੀ ਜਾਣਾ ਉਹ ਕਾਹਦਾ ਸੰਗੀ ਹੈ। ਇਹ ਸਭ ਕੁਝ ਜੋ ਆਪਾਂ ਦਿਸ ਰਿਹਾ ਹੈ, ਇੱਕ ਦਿਨ ਇਹ ਵਿਰਸਣਾ ਹੈ ਤੇ ਵਿਛੜ ਜਾਣਾ ਹੈ। ਆਪਾਂ ਨੂੰ ਕੱਲਿਆਂ ਨੂੰ ਜਾਣਾ ਪੈਣਾ। ਜੇ ਮਾਰ ਕੇ ਗਣੇ ਜਾਏ ਨਾ ਕੋਸਾ, हर का नाम उहा संतोषा। वो लंबा पैंडा है, ਉਹਦੇ ਕੋਲ ਕਿੰਨੇ ਨਹੀਂ ਜਾ ਸਕਦੇ, ਕਿੰਨੇ ਲੰਮੇ ਹਨ, ਉਸ ਤੇ ਹਰ ਇੱਕ ਨੂੰ ਜਾਣਾ ਪੈਣਾ ਹੈ। ਸੌਖਾ ਤਾਂ ਤਰੀਕਾ ਹੈ ਕਿ ਨਾਮ ਦਾ। ਜੇ ਕਿਸੇ ਸਮੁੰਦਰ ਨੂੰ ਪਾਰ ਕਰਨਾ ਹੈ, ਜਹਾਜ਼ ਤੇ ਚੜ੍ਹ ਕੇ ਸੌਖਾ ਤਰੀਕਾ ਹੈ, ਪੈਦਲ ਔਖਾ ਹੈ। इस करके नानक नाम जहाज है, चढ़े सोतरे पार। जिहड़ा इस नाम रूपी जहाज में चढ़ जाएगा वो फिर पार हो जाएगा समुंदर तो। तां ही सतगुरां ने सरोवर विच नींह पत्थर रखिया हरमंदर साहिब जी का। गुरु रामदास ने अपने घर का जिहड़ा नींह पत्थर है सरोवर विच है कि सारा संसार जल रूपी है ਤੇ ਸਤਿਗੁਰੂ ਜੀ ਵਿੱਚ ਇੱਕ ਜਹਾਜ਼ ਬੇੜੇ ਰੂਪੀ ਹਨ, ਜਿਹੜਾ ਵੀ ਚੜ੍ਹਦਾ ਉਸ ਨੂੰ ਪਾਰ ਕਰਦੇ ਹਨ। ਇਸ ਕਰਕੇ ਸਤਿਗੁਰੂ ਜੀ ਦਾ ਹੁਕਮ ਹੈ, ਉਹ ਵਿਛੜਦਾ ਨਹੀਂ ਕਦੀ। ਬਿਨਸ ਜਾਏ ਜੋ ਨਿਮਖ ਮਾਹੇ, ਸੋ ਅਲਪ ਸੁਖ ਭੰਨੀਐ। ਉਹਦਾ ਕੀ ਹੈ, ਜਿਹੜਾ ਬਿਨਸੀ ਜਾਣਾ ਹੈ ਉਹਦਾ ਕੀ ਇਕੱਠਾ ਕਰਨਾ ਹੈ, ਉਹਨਾਂ ਵਸਤੂਆਂ ਨੂੰ ਕੀ ਦੇਖਣਾ ਹੈ। ਉਹ ਤਾਂ ਬਿਨਸਣੀ ਵਾਲੀਆਂ ਸਾਰੀਆਂ ਵਿਛੜ ਜਾਣੀਆਂ ਹਨ। नाम की पूंजी ਨੂੰ ਇਕੱਠੇ ਕਰਨਾ ਹੈ, ਜਿਹੜਾ ਸਦਾ ਨਾਲ ਨਿਭਣ ਵਾਲੀ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਦੇ ਹਨ। ਪ੍ਰਿਤ ਪਾਲੈ ਅਪਿਓ ਦੇ, ਕਛ ਊਨ ਨਾ ਹੋਈ। ਉਹ ਪ੍ਰਿਤ ਪਾਲਣਾ ਕਰਦਾ ਹੈ ਜਿੱਦਾਂ ਇੱਕ ਮਾਤਾ ਪਿਤਾ ਆਪਣੇ ਬੱਚੇ ਦੀ ਕਰਦੇ ਹਨ। ਸਾਰੀ ਜ਼ਿੰਦਗੀ ਜੋ ਵੀ ਕਮਾਉਣਾ ਹੈ ਪੁੱਤਰ ਦਾ, ਪਰਿਵਾਰ ਦਾ ਹੈ।
ਭਾਵੇਂ ਕਈ ਵਾਰ ਤੰਗ ਵੀ ਕਰਦੇ ਹਨ, ਫਿਰ ਵੀ ਮਾਂ ਪਿਓ ਉਹਨਾਂ ਦਾ ਹੀ ਸੋਚਦੇ ਹਨ। ਐਸੇ ਸਾਡੇ ਦੀਨ ਦਿਆਲ ਸਤਿਗੁਰੂ ਜੀ ਹਨ। ਭਾਵੇਂ ਅਸੀਂ ਉਹਨਾਂ ਦੇ ਨਹੀਂ ਵੀ ਆਖੇ ਲੱਗਦੇ, ਆਪਣੀਆਂ ਹੀ ਮਰਜ਼ੀਆਂ ਕਰਦੇ ਹਨ, ਪਰ ਤਾਂ ਵੀ ਸਾਨੂੰ ਉਹ ਪਾਲਦੇ ਹਨ। ਕਿਰਤਕਾਰਾਂ ਨੂੰ ਵੀ ਪਾਲਦੇ ਹਨ। ਜਿਹੜੇ ਕੀਤੇ ਹੋਏ ਪਹਿਚਾਣਦੇ ਨਹੀਂ ਕੀਤੇ ਨੂੰ, ਉਹਨਾਂ ਨੂੰ ਸਤਿਗੁਰੂ ਜੀ ਪਾਲਦੇ ਹਨ। ਉਹਨਾਂ ਤੇ ਵੀ ਕਿਰਪਾ ਆਪਣੀ ਕਰਦੇ ਹਨ। ਜੇ ਕਿਤੇ ਆ ਜਾਵੇ ਤੇ ਉਹਨੂੰ ਵੀ ਗਲੇ ਲਾ ਲੈਂਦੇ ਹਨ। ਇਹ ਨਹੀਂ ਕਿ ਜੇ ਕੋਈ ਪਾਪੀ ਆ ਗਿਆ ਤਾਂ ਉਹਨੂੰ ਦਾਤ ਨਹੀਂ ਦੇਣੀ ਜਾਂ ਉਹਨੂੰ ਗੁਰੂ ਘਰ ਨਹੀਂ ਆਉਣ ਦੇਣਾ। ਜਿਹੋ ਜਿਹਾ ਵੀ ਮਰਜ਼ੀ ਕੋ ਆਵੇ, ਆ ਸਕਦਾ ਹੈ। ਆਪਣੇ ਕੀਤੇ ਹੋਏ ਪਛਤਾਵੇ ਨੂੰ ਸਤਿਗੁਰਾਂ ਦੇ ਚਰਨਾਂ 'ਚੋਂ ਆ ਕੇ ਮਾਫ ਕਰਵਾ ਸਕਦਾ ਹੈ। ਪਹਿਲਾਂ ਨਹੀਂ ਤੇ ਅੱਜ ਹੀ ਕਰਵਾ ਲਵੇ। ਹੁਣ ਵੀ ਮੌਕਾ ਹੈ। ਮਾਤਾ ਸਰਖਣੀ ਦੱਸ ਦਿੱਤਾ ਹੈ ਕਿ ਪਹਿਲਾਂ ਵੀ ਮਹਾਰਾਜ ਤੁਸੀਂ ਦੇਣਾ ਸੀ, ਅੱਜ ਵੀ ਤੁਸੀਂ ਦੇਣਾ। ਨਹੀਂ ਲਿਖਿਆ ਤਾਂ ਹੁਣ ਲਿਖ ਦਵੋ। ਇਸ ਕਰਕੇ ਜਿਨ੍ਹਾਂ ਦੇ ਭਾਗਾਂ ਵਿੱਚ ਗੁਰੂ ਕੀ ਸੰਗਤ, ਅੱਜ ਵੀ ਲਿਖਵਾ ਸਕਦੇ ਹਨ। ਮਹਾਰਾਜ ਦੇ ਚਰਨਾਂ ਵਿੱਚ ਆ ਕਰਕੇ ਬੇਨਤੀ ਕਰਨ, ਸਤਿਗੁਰੂ ਜੀ ਹੁਣ ਕਿਰਪਾ ਕਰ ਦਿਓ। ਪਹਿਲਾਂ ਵੀ ਤੁਸੀਂ ਲਿਖਣੀ ਸੀ, ਹੁਣ ਵੀ ਤੁਸੀਂ ਲਿਖਣੀ ਹੈ। ਜੇ ਨਹੀਂ ਲਿਖੀ ਪਹਿਲਾਂ ਦੀ ਪੂਰਬੇ ਜਨਮਾਂ ਦੀ, ਆ ਵੀ ਹੁਣ ਕਿਰਪਾ ਕਰ ਦਿਓ। ਹੁਣ ਵੀ ਤੁਸੀਂ ਲਿਖਣ ਵਾਲੇ ਇੱਥੇ ਮੌਜੂਦ ਹੋ। ਪਹਿਲਾਂ ਇੱਕ ਇੱਕ ਸਰੂਪ ਵਿੱਚ ਤੁਸੀਂ ਆਏ ਹੋ, ਹੁਣ ਤੁਸੀਂ 10 ਪਾਤਸ਼ਾਹ ਜੋਤ ਹੋ, 10 ਇਕੱਠੇ ਬਿਰਾਜਮਾਨ ਹੋ। ਹੁਣ ਵੀ ਤੁਸੀਂ ਇਹ ਕੰਮ ਕਰੇ। ਸਤਿਗੁਰੂ ਅੱਜ ਵੀ ਸਾਡੇ ਭਾਗਾਂ ਵਿੱਚ ਸਭ ਕੁਝ ਲਿਖ ਸਕਦੇ ਹਨ। ਜੋ ਸਾਨੂੰ ਨਹੀਂ ਮਿਲਿਆ ਸਾਨੂੰ ਦੇ ਸਕਦੇ ਹਨ। ਐਡੇ ਉਹ ਦਿਆਲੂ ਹਨ ਮਹਾਰਾਜ ਜੀ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਇੱਕ ਇੱਕ ਸਵਾਸ ਸਾਡੀ ਸੰਭਾਲ ਕਰਦਾ ਹੈ। ਸਾਨੂੰ ਵਿਛੜ ਜਾਵੇ ਉਹ ਗੱਲ ਵੱਖਰੀ ਹੈ, ਪਰ ਉਹ ਕਦੀ ਨਹੀਂ ਸਾਨੂੰ ਭੁਲਾਉਂਦਾ, ਕਦੀ ਵੀ ਨਹੀਂ। ਜਿੱਦਣ ਉਹ ਚਲੇਗਾ ਸਰੀਰ ਵਿੱਚੋਂ, ਉਦੋਂ ਫਿਰ ਇਹ ਵਾਜਾ ਨਹੀਂ ਵੱਜਣਾ। ਅੱਜ ਕੀ ਹੋਇਆ? ਅੱਜ ਵਾਜਾ ਨਹੀਂ ਵੱਜਾ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। 9 ਪ੍ਰਗਟ ਨੇ, ਉਹ ਸਾਰੇ ਹੀ ਮੈਲ ਦੇ ਭਰੇ ਹੋਏ ਹਨ, ਪਰ ਇੱਕ 10ਵਾਂ ਗੁਪਤ ਹੈ, ਉਹਦੀ ਸਾਨੂੰ ਸੋਝੀ ਨਹੀਂ ਹੈ। ਉਹ ਗੁਰ ਦੁਆਰੇ ਲੈ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਗੁਰੂ ਦੇ ਦੁਆਰੇ ਜਾਣਾ ਸੀਗਾ, ਉੱਥੇ ਜਾ ਕੇ ਬੰਦਗੀ ਕਰਨੀ ਸੀ, ਉਹ ਖੁੱਲਣਾ ਸੀ। ਉਹਦੇ ਕੋਲ ਸਾਡੇ ਕੋਲ ਟਾਈਮ ਨਹੀਂ ਹੈ ਜਾਣ ਦਾ। ਜਾਵਾਂਗੇ ਮਹੀਨੇ ਬਾਅਦ, ਮੱਸਿਆ ਸੁਗਰਾਂਤ ਤੇ ਹਫ਼ਤੇ ਬਾਅਦ, ਟਾਈਮ ਨਹੀਂ ਹੈਗਾ। ਪਰ ਉਹ ਖੁੱਲਣਾ ਗੁਰੂ ਦੇ ਦੁਆਰ ਤੇ ਹੈ। ਜਿਹੜਾ ਗੁਰੂ ਦੇ ਦੁਆਰ ਤੇ ਆ ਕਰਤੀ ਗੁਰੂ ਦੀ ਸ਼ੁੱਧ ਨਾਲ ਜੁੜੇਗਾ, ਉਹਦਾ ਦਰਵਾਜ਼ਾ ਸਤਿਗੁਰੂ ਜੀ ਖੋਲਣਗੇ ਤੇ ਫਿਰ ਇੱਕ ਇੱਕ ਸਵਾਸ ਦੀ ਸੰਭਾਲ ਕਰਨਗੇ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਐਸੇ ਮੇਰੇ ਦੀਨ ਦਿਆਲੂ ਹਨ, ਐਸੇ ਮੇਰੇ ਪ੍ਰਭੂ ਹਨ, ਜਿਹੜੇ ਇੱਕ ਇੱਕ ਦੀ ਸਵਾਸ ਦੀ ਜੀਵ ਦੀ ਸੰਭਾਲ ਕਰਦੇ ਹਨ। ਅਸ਼ਲ ਅਸ਼ੇਦ ਅਪਾਰ ਪ੍ਰਭ, ਉੱਚਾ ਜਾਂਕਾ ਰੂਪ, ਉਹ ਕਦੀ ਛਲਿਆ ਨਹੀਂ ਜਾਂਦਾ। ਛਲ ਤੋਂ ਰਹਿਤ ਹੈ। ਆਮ ਕੋਈ ਨਾ ਕੋਈ ਝੂਠ ਬੋਲ ਕੇ ਇੱਕ ਦੂਜੇ ਨੂੰ ਠੱਗ ਲੈਂਦੇ ਹਨ, ਪਰ ਉਹ ਨਹੀਂ ਠੱਗਿਆ ਜਾਂਦਾ। ਉਹਦਾ ਰੂਪ ਬੜਾ ਉੱਚਾ ਹੈ, ਬੜਾ ਪਵਿੱਤਰ ਸਰੂਪ ਹੈ ਮਹਾਰਾਜ ਜੀ ਦਾ, ਕਿ ਹੁਸਨ ਚਿਰਾਗ ਹੈ। ਇੰਨਾ ਸੋਹਣਾ ਹੈ, ਕਹਿੰਦੇ ਹੁਸਨ ਦਾ ਚਿਰਾਗ ਹੈ। ਇਸ ਕਰਕੇ ਸਤਿਗੁਰੂ ਜੀ ਕਿਰਪਾ ਬਸ ਕਰਨ। ਐਸੇ ਪ੍ਰਭੂ ਨੂੰ ਫਿਰ ਕੀ ਕਰਨਾ? ਜਪ ਜਪ ਕਰਹਿ ਆਨੰਦ, ਜਨ ਅਚਰਜ ਅਨੂਪ। ਫਿਰ ਉਹਦਾ ਜਪ ਕਰਕੇ ਜਪੀ ਜਾਣਾ ਹੈ ਤੇ ਆਨੰਦ ਦੀ ਪ੍ਰਾਪਤੀ ਲੈਣੀ ਹੈ। ਇਹ ਕੋਈ ਸਮੇਂ ਦਾ ਨਹੀਂ ਹੈਗਾ, ਸਮੇਂ 'ਚ ਕੀਲ ਨਹੀਂ ਹੈ। ਇੱਕ ਇੰਨਾ ਜਪਣ ਦੇ ਨਾਲ ਇੰਨੀ ਪ੍ਰਾਪਤੀ ਹੋਵੇਗੀ, 1 ਮਹੀਨਾ 1.25 ਮਹੀਨਾ ਜਾਣਨਾ ਆਹ ਪ੍ਰਾਪਤੀ ਹੋਵੇਗੀ।
ਸਮਾਂ ਨਹੀਂ, ਸਮੇਂ 'ਚ ਨਹੀਂ ਹੈ ਮਹਾਰਾਜ, ਬਸ ਪੂਰੀ ਜ਼ਿੰਦਗੀ ਜਪਣਾ ਹੈ। ਜੇ ਇੱਕ ਅੱਧਾ ਹੋਰ ਵੀ ਜਨਮ ਲਾਉਣਾ ਪਵੇ ਤੇ ਲਾਉਣਾ ਹੈ, ਮਿਲਣਾ ਹੈ। ਪਿਛੜੇ ਹੋਏ ਹਾਂ, ਭਗਤ ਜੀ ਤਾਂ ਕਿੰਨਾ ਸੋਹਣਾ ਫਰਮਾਉਂਦੇ ਹਨ, ਮਹਾਰਾਜ ਪਤਾ ਨਹੀਂ ਕਿੰਨੇ ਜਨਮ ਹੋ ਗਏ ਵਿਛੜਿਆਂ ਨਾਲ, ਹੁਣ ਨਾ ਕਿਰਪਾ ਕਰਕੇ ਵਿਛੋੜਾ ਪਾਇਓ, ਹੁਣ ਮਰਾ ਬਖਸ਼ੋ। बहुत जन्म बिछड़े से माधो, ये जन्म तुम्हारे लेखे, बड़े जन्म बिछड़िया हो रहा है, जन्म लेखे च पा लियो महाराज। इस करके महाराज जी कृपा करते ने, जन्म जिहड़ा मिलिया मनुखा है वो लेखे च पै जावे। जप जप करे आनंद जन अचरज अनूप, सा मत देहो दयाल प्रभ जो तुम्हें अराधा। ऐसी मत दिओ महाराज जिसे तुहाडी आराधना करिए, सानू बाकी कामां नूं भी समा मिलदा है, तुहाडी आराधना नूं सानू समा बहुत घट मिलदा। महाराज ऐसी कृपा करो कि तुहाडी भी आराधना वास्ते, तुहानूं सिमरन करन लई, तुहाडी सेवा करनी सानू समा प्राप्त हो जावे ते तुहाडी भी असीं महाराज आराधना करिए, बंदगी करिए। महाराज नितनेम साडा कदी टुटे ना, ऐसी कृपा करिया करो महाराज। नानक मंगे दान प्रभ रेण पग साधा, की मैनूं चाहीदा दान तुहाडे चरनां दी धूड़ी। सतगुरु जी गुरु अर्जन देव जी महाराज फरमाउंदे हन, मैनूं की चाहीदा है, तुहाडे चरनां दी धूड़ी, होर कोई संसार दी मंग नहीं। जिथे भी गुरु साहब ने कृपा की है, उत्थे अपने प्रभु के चरणों की धूड़ी मंगी है। नाम ये मैनू दिओ, ये आपके चरणों की धूड़ी बख्शिश करो, जिहदे मेरा आया हुआ जीवन सफल हो जाए। आपां भी सारिਆਂ ने गुरु चरणों में बेनती करनी है कि सतगुरु जी सानू भी बड़ा कुछ दिता, तुसीं हुण नाम की दात जरूर बख्शिश करो, जिहदे करके साडा आया हुआ जीवन सफला हो जाए। शब्द की विचार करदिआं तो सतगुरु की पावन गोद की हाजरी भरदिआं तो होईआं बेअंत भुलां नूं सतगुरु जी महाराज गुरु की संगत बख्शण जोग है, बख्श लवे। ये विचार साडे सारिआं दे हिरदे वस जावे, साडा लोक ते परलोक सहेला हो जावे। गुरु फतेह सांझी करो। वाहिगुरु जी का खालसा, वाहिगुरु जी की फतेह। राम कली महला तीजा, नंद को अंकार सतगुर प्रसाद। आनंद पाया मेरी माए, सतगुरु मैं पाया, सतगुरता पाया सह सिद्धि, मन वजिया वाधाइयां। राग रतन प्रवार प्रिया, शब्द गाउन आइया। शब्दोता गावो हरि केरा, मन जिनी बसाया। कहे नान आनंद होवा, सतगुरु मैं पाया। हे मन मेरिया तू सदा रहो हर नाले, हर नाल रहो तू मन मेरे। दुख सा विसारना अंगीकारो, ओहो करे तेरा कारज सब सवारना। सबना गल्लां समरथ स्वामी, सो क्यों मनो बसारे। कहे नानक मन मेरे, सदा रहो हर नाले। साचे साहिबां क्या नाही कर तेरा, करता तेरा सब किछ है। जिस दे सो पावा, सदा सितो सलाह तेरी। नाम मन वसावा, नाम जिन का मन वस्या। वाजी शब्द कनेरे, कहे नानक सच्चे साहिब क्या नाही कर तेरा। साचा नाम मेरा आधारो, साच नाम आधार मेरा। जिन भुखां सब गवाइयां, कर सांत सुख मना वस्या। जिन इच्छा सब पुजाइयां, सदा कुर्बान कीता गुर विटो। जिस दियां ए वडियाइयां, कहे नानक सुनो संतो। सब धरो प्यारो, साचा नाम मेरा आधारो। वाजे पंचो शब्द तित घर सुभागे। घर सुभागे शब्द वाजे, कला जित कर धारिया। पंच दूत तुद वस कीते, काल कंटक मारिया।
तुर कर्म पाया तुझन को, से नाम हर के लागे। कहे नानक तैं सुख हुआ, तित कर अनहद वाजे। हंस नौ वड भागियो, सगल मनोरथ पूरे। पार ब्रह्म प्रभ पाया, उतरे सगल वसूरे। दुख रोग संताप उतरे, सुनी सच्ची बाणी। संत साजन पै सरसे, पूरे गुर ते जानी। सुनते पनीत, कहते पवित। सतगुर रहा पर पूरे, बिनवंत नानक गुर चरण लागे। वाजे अनहद तूरे। सुनते पनीत कहते पवित, सतगुर रहा पर पूरे। बिनवंत नानक गुर चरण लागे। वाजे अनहद तूरे। श्लोक। पवन गुरु पानी पिता, माता तरत महत। दिवस रात दोए दाई दाया, खिल सगल जगत। जगियाइयां बरियाइया, बाचे धर्म दूर। करमी आपो अपनी, के नेड़ा के दूर। जिनी नाम तिहाया, गै मसकत काल। नानक ते मुख उजले, कीती छुटी नाल। जिनी नाम तिहाया, गै मसकत काल। नानक ते मुख उजले, कीती छुटी नाल। वाहिगुरू जी का खालसा, वाहिगुरू जी की फतेह। तू ठा